ਪੰਜਾਬ ਸਰਕਾਰ ਵੱਲੋਂ ਆਨੰਦ ਮੈਰਿਜ ਐਕਟ ਨੂੰ ਪ੍ਰਭਾਵਸ਼ਾਲੀ ਤੇ ਸਰਲ ਤਰੀਕੇ ਲਾਗੂ ਕਰਨ ਲਈ ਪਿਛਲੇ ਦਿਨੀ ਇੱਕ ਕਮੇਟੀ ਗਠਿਤ ਕੀਤੀ ਸੀ, ਜਿਸ ਸੰਬੰਧੀ ਲੰਘੇ ਕੱਲ ਬੈਠਕ ਸੀ। ਬੈਠਕ ਮੁਲਤਵੀ ਹੋ ਗਈ, ਪਰੰਤੂ ਇੱਕ ਰੌਲਾ ਜ਼ਰੂਰ ਪਿੱਛੇ ਰਹਿ ਗਿਆ। ਇਸੇ ਤਰ੍ਹਾਂ ਕੇਂਦਰ ਵੱਲੋਂ ਦਿੱਲੀ ਸੰਬੰਧੀ ਲਿਆਂਦੇ ਜਾ ਰਹੇ ਆਰਡੀਨੈਂਸ ਉੱਤੇ ਹੁਣ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਮਾਮਲਾ ਹੁਣ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਗੁਜ਼ਰੇਗਾ। ਕਹਿੰਦਾ ਭਾਵ ਕਿ ਨਵਗਠਿਤ ਇੰਡੀਆ ਗਠਜੋੜ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਦੇ ਵਿੱਚ ਇੱਕ ਵੱਡੀ ਅਜਮਾਇਸ਼ ਹੋਏਗੀ। ਇਹ ਬਿੱਲ ਪਾਸ ਹੁੰਦਾ ਹੈ ਜਾਂ ਫੇਲ ਹੁੰਦਾ ਹੈ। ਇਸ ਵੇਲੇ ਇਸ ਮਾਮਲੇ ਉੱਤੇ ਵੀ ਨਜ਼ਰਾਨੇ ਸਮੇਤ ਪੰਜਾਬ ਤੇ ਪੰਥ ਨਾਲ ਜੁੜੇ ਕਈ ਹੋਰ ਮਸਲਿਆਂ ਉੱਤੇ ਗੱਲਬਾਤ ਕਰਾਂਗੇ। ਚਰਚਾ ਵਾਸਤੇ ਸਾਡੇ ਨਾਲ ਜੁੜੇ ਨੇ ਉੱਘੇ ਲੇਖਕ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਵੈਲਕਮ, ਸਵਾਗਤ। ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ। ਡਾਕਟਰ ਸਾਹਿਬ, ਆਨੰਦ ਮੈਰਿਜ ਐਕਟ ਜਿਹੜਾ ਕਿ ਪੰਜਾਬ ਦੇ ਵਿੱਚ ਭਾਵੇਂ ਪਹਿਲਾਂ ਲਾਗੂ ਹੈ, ਪਰੰਤੂ ਇਸ ਐਕਟ ਨੂੰ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇੱਕ ਸੋਧ ਵਜੋਂ ਪੰਜਾਬ ਸਰਕਾਰ ਨੇ ਇੱਕ ਕਮੇਟੀ ਪਿਛਲੇ ਦਿਨੀ ਗਠਿਤ ਕੀਤੀ ਸੀ ਤੇ ਲੰਘੇ ਕੱਲ ਉਸ ਕਮੇਟੀ ਦੀ ਬੈਠਕ ਰੱਖੀ ਗਈ ਸੀ, ਜਿਹੜੀ ਕਿ ਨਹੀਂ ਹੋ ਸਕੀ, ਮੁਲਤਵੀ ਹੋ ਗਈ। ਕਈ ਕਾਰਨ ਦੱਸੇ ਜਾ ਰਹੇ ਨੇ, ਪਰੰਤੂ ਇੱਕ ਰੌਲਾ ਜ਼ਰੂਰ ਇਸ ਕਮੇਟੀ ਦੀ ਜਿਹੜੀ ਮੁਲਤਵੀ ਬੈਠਕ ਹੈ ਉਸ ਮਗਰੋਂ ਉਭਜ ਕੇ ਸਾਹਮਣੇ ਆਇਆ। ਡਾਕਟਰ ਸਾਹਿਬ ਦੱਸਿਓ, ਇਹ ਕੀ ਰੌਲਾ ਹੈ? ਕਿਸ ਤਰ੍ਹਾਂ ਦਾ, ਕਿਸ ਨੂੰ ਕੋਈ ਕੀ ਇਸ ਮਾਮਲੇ ਦੇ ਵਿੱਚ ਇਤਰਾਜ਼ ਹੈ, ਆਬਜੈਕਸ਼ਨ ਹੈ? ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਜਿਵੇਂ ਕਿ ਆਨੰਦ ਮੈਰਿਜ ਐਕਟ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰਨ ਲਈ ਵਿਧੀ ਵਿਧਾਨ ਤਿਆਰ ਕਰਨ ਦੇ ਲਈ ਪੰਜਾਬ ਸਰਕਾਰ ਨੇ ਵੱਖੋ ਵੱਖਰੀਆਂ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਸੀ ਤਾਂ ਜੋ ਉਹਦੇ ਵਿੱਚ ਇੱਕ ਰਾਏ ਤਿਆਰ ਕੀਤੀ ਜਾਏ। ਪਰੰਤੂ ਇਸ ਮੀਟਿੰਗ ਦੇ ਲਈ SGPC, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਕੁਝ ਪੰਥਕ ਧਿਰਾਂ ਨੂੰ ਸੱਦਾ ਨਹੀਂ ਸੀ ਦਿੱਤਾ ਗਿਆ ਤੇ ਜਿਸ ਤੋਂ ਪ੍ਰਭਾਵ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਉੱਪਰ ਤਿੱਖਾ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਵਿਧੀ ਵਿਧਾਨ ਬਾਰੇ, ਸਿੱਖਾਂ ਦੀ ਮਰਿਆਦਾ ਬਾਰੇ, ਸਿੱਖਾਂ ਦੀ ਰਹੁ ਰੀਤ ਬਾਰੇ, ਸਿੱਖਾਂ ਦੀ ਜੀਵਨ ਸ਼ੈਲੀ ਬਾਰੇ ਤੇ ਇੱਕ ਪ੍ਰਮਾਣਿਕ ਸੰਸਥਾ ਹੈ, ਜਿਹੜੀ ਕਿ ਸਿੱਖਾਂ ਦਾ ਇੱਕ ਮਿੰਨੀ ਪਾਰਲੀਮੈਂਟ ਹੈ, ਜਿਹੜੀ ਕਿ ਸੰਵਿਧਾਨਕ ਅਧਿਕਾਰ ਰੱਖਦੀ ਹੈ। ਉਸ ਨੂੰ ਬਾਹਰ ਕਰ ਦੇਣਾ ਇਹ ਬਹੁਤ ਹੀ ਵੱਡੀ ਕੁਤਾਹੀ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਦੇ ਬਾਰੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਹ ਵੀ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਕਮੇਟੀ ਦੇ ਮੈਂਬਰ ਨੇ, ਕੁਝ ਜਿਹੜੇ ਬੁਲਾਏ ਗਏ ਸੀ, ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੱਟੜ ਵਿਰੋਧੀ ਸੀ। ਇਸ ਤਰ੍ਹਾਂ ਦੀ ਇੱਕ ਰਾਜਨੀਤਿਕ ਕਵਾਇਦ ਬਣ ਚੁੱਕੀ ਹੈ, ਜਿਹਦੇ ਕਾਰਨ ਇਹ ਇੱਕ ਮਸਲਾ ਬਹੁਤ ਹੀ ਗੰਭੀਰਤਾ ਦਾ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਜੀ ਭਿੰਡਰ ਸਾਹਿਬ। ਡਾਕਟਰ ਸਾਹਿਬ, ਮੈਨੂੰ ਤੁਹਾਡੇ ਕੱਟੜ ਵਿਰੋਧੀ ਸ਼ਬਦ ਵਾਲੀ ਇੱਕ ਗੱਲ ਹੋਰ ਯਾਦ ਆਈ ਹੈ ਕਿ ਪਿਛਲੇ ਦਿਨੀ NDA ਦੇ ਵਿੱਚ ਸੱਦਿਆ ਗਿਆ ਸੁਖਦੇਵ ਸਿੰਘ ਢੀਂਡਸਾ ਨੂੰ, ਤੇ ਅਕਾਲੀ ਦਲ ਬਾਦਲ ਨੇ ਉਦੋਂ ਵੀ ਇਤਰਾਜ਼ ਪ੍ਰਗਟਾਇਆ ਸੀ ਕਿ ਇਹ ਕੀ ਕਰ ਦਿੱਤਾ। ਜੀ ਡਾਕਟਰ ਸਾਹਿਬ। ਬਿਲਕੁਲ ਜੀ, ਅਸਲ ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਸੰਬੰਧ ਦੇ ਵਿੱਚ ਕਾਫੀ ਕੁਝ ਉੱਭਰ ਕੇ ਸਾਹਮਣੇ ਆ ਰਿਹਾ। ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਇਹਨਾਂ ਦੇ ਵਿੱਚ ਕਾਫੀ ਟੁੱਟ ਭੱਜ ਵੀ ਹੋ ਰਹੀ ਹੈ, ਇੱਕ ਦੂਸਰੇ ਦੇ ਵਿਰੋਧ ਦੇ ਵਿੱਚ ਵੀ ਸਾਫਬੰਦੀ ਹੋ ਰਹੀ ਹੈ। ਇਸ ਸੰਬੰਧ ਦੇ ਕੱਟੜ ਵਿਰੋਧਤਾ ਉਤਪੰਨ ਹੋ ਰਹੀ ਹੈ। ਭਿੰਡਰ ਸਾਹਿਬ, ਇੱਕ ਪੰਥਕ ਏਕਤਾ ਦੀ ਵੀ ਗੱਲ ਤੁਰੀ ਹੈ ਡਾਕਟਰ ਸਾਹਿਬ। ਸਿੱਖਾਂ ਦੇ ਵਿੱਚ ਪੰਥਕ ਏਕਤਾ ਦਾ ਕੋਈ ਮਹਾਜ, ਕੋਈ ਲਾਮਬੰਦੀ ਤੁਰੇ। ਮਤਵਾਜੀ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਭਾਈ ਧਿਆਨ ਸਿੰਘ ਮੰਡ, ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰਾਂ ਨੂੰ ਸੱਦਾ ਦਿੱਤਾ ਹੈ ਕਿ ਪੰਥ ਦੇ ਵਿੱਚ ਏਕਤਾ ਲਈ ਆਪਾਂ ਕੋਈ ਗੌਰ ਕਰੀਏ, ਕੋਈ ਸਲਾਹ ਕਰੀਏ, ਕੋਈ ਚਰਚਾ ਕਰੀਏ, ਤੇ ਪਹਿਲਾਂ ਕਿਉਂ ਨਾ ਜਥੇਦਾਰਾਂ ਦੇ ਵਿੱਚ ਕੋਈ ਏਕਤਾ ਬਣੇ, ਫਿਰ ਅਗਲੇ ਜਾ ਕੇ ਆਪਾਂ ਪੰਥ ਦੀ ਏਕਤਾ, ਉਹਦੇ ਸੰਬੰਧੀ ਕੀ ਸਿਧਾਂਤ ਬਣਾਉਣਾ ਹੈ, ਕਿਵੇਂ ਨਿਰਣੇ ਲੈਣੇ ਨੇ, ਉਹਦੇ ਵੱਲ ਤੁਰਾਂਗੇ, ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਤੇ ਧਿਆਨ ਸਿੰਘ ਮੰਡ ਹੋਰਾਂ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਸ ਸੰਬੰਧੀ ਇੱਕ ਤਰੀਕ ਵੀ ਦੇ ਦਿੱਤੀ ਹੈ ਕਿ 29 ਜੁਲਾਈ ਨੂੰ 11 ਵਜੇ ਉਹ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣਗੇ ਤੇ ਜਥੇਦਾਰ ਸਾਹਿਬ ਦੀ ਇੰਤਜ਼ਾਰ ਕਰਨਗੇ, ਤਾਂ ਕਿ ਪਹਿਲਾਂ ਜਥੇਦਾਰਾਂ ਦੇ ਵਿੱਚ ਏਕਤਾ ਸੰਭਵ ਬਣ ਸਕੇ, ਫਿਰ ਕੌਮ ਦੀ ਜਿਹੜੀ ਏਕਤਾ ਹੈ, ਕੌਮੀ ਏਕਤਾ, ਉਹਦੇ ਵੱਲ ਅਗਲਾ ਕਦਮ ਵਧਾਵਾਂਗੇ। ਡਾਕਟਰ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਭਿੰਡਰ ਸਾਹਿਬ, ਅਸਲ ਦੇ ਵਿੱਚ ਇੱਕ ਵੀ ਸਿੱਖਾਂ ਦੀ ਤਰਾਸਦੀ ਹੈ ਕਿ ਸਿੱਖਾਂ ਦੇ ਵਿੱਚ ਬੜਾ, ਜਦੋਂ ਵੀ ਕੋਈ ਸੰਕਟ ਦਾ ਦੌਰ ਆਉਂਦਾ, ਉਹਨਾਂ ਦੇ ਵਿੱਚ ਆਪਸੀ ਟੁੱਟ ਭੱਜ ਬੜੀ ਹੁੰਦੀ ਰਹਿੰਦੀ ਹੈ, ਆਪਸੀ ਤੌਰ ਤੇ ਬੜਾ ਭੇਡ ਮਚਦਾ ਰਹਿੰਦਾ, ਜਦ ਕਿ ਮਸਲਿਆਂ ਦੇ ਹੱਲ ਦੇ ਲਈ ਇਕੱਠੇ ਹੋ ਕੇ ਗੱਲਬਾਤ ਕਰਨ ਦੀ ਜ਼ਰੂਰਤ ਹੁੰਦੀ ਹੈ।
ਹੁਣ ਇਹੋ ਹੀ ਹੈ ਕਿ ਇੱਕ ਪਾਸੇ ਮਤਵਾਜੀ ਜਥੇਦਾਰ ਸਾਹਿਬ ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ ਚੁਣਿਆ ਸੀ ਤੇ ਉਹ ਕਾਰਜਕਾਰੀ ਜਥੇਦਾਰ ਨੇ, ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਜੀ ਨੂੰ ਜਥੇਦਾਰ ਬਣਾਇਆ ਗਿਆ। ਹੁਣ ਉਹ ਧਿਆਨ ਸਿੰਘ ਮੰਡ ਸਾਹਿਬ ਨੇ ਜਥੇਦਾਰ ਜੀ ਨੇ ਕਿਹਾ ਕਿ ਰਘਬੀਰ ਸਿੰਘ ਜੀ ਨੂੰ ਕਿ ਪਹਿਲਾਂ ਆਪਾਂ ਆਪਸੀ ਏਕਤਾ ਕਰ ਲਈਏ, ਫਿਰ ਇਸ ਤੋਂ ਬਾਅਦ ਵਿੱਚ ਪੰਥਕ ਏਕਤਾ ਹੋਵੇਗੀ। ਇੱਕ ਨਵੇਂ ਚਰਚਾ ਨੂੰ ਜਨਮ ਦੇ ਰਹੀ ਹੈ। ਇਸ ਤਰ੍ਹਾਂ ਦੀ ਇਹਦੇ ਵਿੱਚੋਂ ਕਿਸ ਤਰ੍ਹਾਂ ਦਾ ਮੰਥਨ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰੰਤੂ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਵੱਖੋ ਵੱਖਰੀਆਂ ਪੰਪਣਾ ਤੇ ਵੱਖੋ ਵੱਖਰੇ ਆਪਣੇ ਸਿਧਾਂਤ ਔਰ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਉਤਪੰਨ ਹੋਣੀਆਂ, ਇਹ ਵੀ ਇੱਕ ਥੋੜਾ ਜਿਹਾ ਸਿੱਖਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਇੱਕ ਨਿਰਾਸ਼ਤਾ ਦਾ ਕਾਰਨ ਬਣਦੀਆਂ ਜਾ ਰਹੀਆਂ ਨੇ। ਜੀ ਭਿੰਡਰ ਸਾਹਿਬ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਪਿੱਛੇ ਕਰ ਲਿਆ ਗਿਆ ਕਿਉਂਕਿ ਉਹ ਕਾਰਜਕਾਰੀ ਪਦ ਸੀ ਉਹਨਾਂ ਦੇ ਕੋਲ, ਪਰੰਤੂ ਮਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਇਹਨਾਂ ਨੂੰ ਸਰਬੱਤ ਖਾਲਸਾ ਨੇ ਚੁਣਿਆ ਸੀ। ਤੇ ਡਾਕਟਰ ਸਾਹਿਬ, ਕੀ ਹੁਣ ਜੇਕਰ ਧਿਆਨ ਸਿੰਘ ਮੰਡ ਦੀ ਥਾਂ ਤੇ ਕੋਈ ਹੋਰ ਮਤਵਾਜੀ ਜਥੇਦਾਰ ਅੱਗੇ ਲਿਆਉਣਾ ਹੋਵੇ ਤਾਂ ਉਹਦੇ ਲਈ ਫਿਰ ਸਰਬੱਤ ਖਾਲਸਾ ਹੀ ਸੱਦਿਆ ਜਾਏਗਾ? ਜੇਕਰ ਸਰਬੱਤ ਖਾਲਸਾ ਨਹੀਂ ਸੱਦਿਆ ਜਾਂਦਾ ਤਾਂ ਭਾਈ ਮੰਡ ਫਿਰ ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਜੋਂ ਆਪਣੀਆਂ ਸੇਵਾਵਾਂ, ਭਾਵੇਂ ਉਹ ਸੇਵਾਵਾਂ ਮਤਵਾਜੀ ਕਿਉਂ ਨਾ ਹੋਣ, ਉਹ ਜਾਰੀ ਰੱਖਣਗੇ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਅਸਲ ਦੇ ਵਿੱਚ ਸਰਬੱਤ ਖਾਲਸਾ ਤੇ ਗੁਰਮਤਾ ਇਹ ਦੋ ਸੰਕਲਪ ਨੇ ਜਿਹੜੇ ਕਿ ਮਿਸਲਾਂ ਦੇ ਵੇਲੇ ਸਰਬੱਤ ਖਾਲਸਾ ਬੁਲਾ ਕੇ ਸਿੱਖ ਫੈਸਲਾ ਕਰਦੇ ਹੁੰਦੇ ਸੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਪ੍ਰਥਾ ਬੰਦ ਹੋ ਗਈ ਸੀ ਤੇ ਹੁਣ ਦੁਬਾਰਾ ਇਹਨੂੰ ਪੁਨਰ ਸਰਜੀਤ ਕਰਨ ਦੇ ਲਈ ਇਸ ਦੇ ਲਈ ਇੱਕ ਸਿਧਾਂਤ ਜਾਂ ਪਿਛਲੀ ਇਤਿਹਾਸਕ ਪ੍ਰਸੰਗਾਂ ਨੂੰ ਦੇਖਣ ਦੀ ਜ਼ਰੂਰਤ ਹੈ ਵੀ ਸਰਬੱਤ ਖਾਲਸਾ ਕੌਣ ਬੁਲਾ ਸਕਦਾ ਤੇ ਕਿਹੋ ਜਿਹੀਆਂ ਹਾਲਤਾਂ ਦੇ ਵਿੱਚ ਬੁਲਾਇਆ ਜਾਂਦਾ ਤੇ ਕੌਣ ਉਸ ਦਾ ਅੱਗੇ ਉਹਦੀ ਅਗਵਾਈ ਕਰ ਸਕਦਾ। ਇਹ ਬੜੇ ਕੰਪਲੀਕੇਟਡ ਸਵਾਲ ਨੇ ਜਿਹੜੇ ਕਿ ਸਿੱਖ ਮਤ ਦੇ ਸਾਹਮਣੇ ਸੋਚਣ ਵਾਲੇ ਤੇ ਵਿਚਾਰਨ ਵਾਲੀਆਂ ਗੱਲਾਂ ਨੇ। ਜੀ ਭਿੰਡਰ ਸਾਹਿਬ। ਡਾਕਟਰ ਸਾਹਿਬ, ਆਪਾਂ ਅਗਲੇ ਮੁੱਦੇ ਵੱਲ ਆਈਏ। ਦਿੱਲੀ ਦੇ ਵਿੱਚ ਆਰਡੀਨੈਂਸ ਸੰਬੰਧੀ, ਜਿਹਦੀ ਪਿਛਲੇ ਦਿਨੀ ਕਾਫੀ ਚਰਚਾ ਰਹੀ, ਉਸ ਸੰਬੰਧੀ ਕੈਬਨਿਟ ਨੇ ਲੰਘੇ ਕੱਲ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਜਿਹੜਾ ਆਰਡੀਨੈਂਸ ਹੈ, ਕਹਿੰਦਾ ਭਾਵ ਜਾਏਗਾ ਲੋਕ ਸਭਾ ਦੇ ਵਿੱਚ, ਫਿਰ ਰਾਜ ਸਭਾ ਦੇ ਵਿੱਚ। ਰਾਜ ਸਭਾ ਦੇ ਵਿੱਚ ਨਜ਼ਰਾਂ ਜ਼ਰੂਰ ਟਿਕਣਗੀਆਂ ਕਿ ਉੱਥੇ ਇਸ ਵੇਲੇ ਭਾਜਪਾ ਤੇ ਭਾਜਪਾ ਵਿਰੋਧੀ ਖੇਮਾ ਕਰੀਬ ਬਰਾਬਰ ਹੀ ਨੇ। ਵੇਖਣਾ ਹੋਵੇਗਾ ਕਿ ਇਹ ਆਰਡੀਨੈਂਸ ਰਾਜ ਸਭਾ ਦੇ ਵਿੱਚ ਕਿਸ ਤਰ੍ਹਾਂ ਦਾ ਰਹੇਗਾ, ਕਿਉਂਕਿ ਪਿਛਲੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਤੇ ਜਿਹੜੇ ਆਪ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਇੱਕ ਦੇਸ਼ ਵਿਆਪੀ ਵੱਡੇ ਪੱਧਰ ਤੇ ਮੁਹਿੰਮ ਆਰੰਭੀ। ਵੱਖ-ਵੱਖ ਉਹ ਰਾਜਾਂ ਦੀਆਂ ਰਾਜਧਾਨੀਆਂ ਦੇ ਵਿੱਚ ਗਏ, ਵੱਖ-ਵੱਖ ਉਹ ਕੌਮੀ ਲੀਡਰਾਂ ਨੂੰ ਮਿਲੇ ਕਿ ਇਸ ਆਰਡੀਨੈਂਸ ਦੇ ਖਿਲਾਫ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤਣ। ਤੇ ਜਦੋਂ ਭਾਜਪਾ ਵਿਰੋਧੀ ਖੇਮੇ ਦੀ ਗੁੱਟਬੰਦੀ ਆਰੰਭ ਹੋਈ ਤਾਂ ਉਹਦੇ ਵਿੱਚ ਵੀ ਫਿਰ ਆਪ ਦੀ ਲੀਡਰਸ਼ਿਪ ਨੇ ਇਹ ਮੁੱਦਾ ਲਿਆਂਦਾ, ਖਾਸ ਕਰਕੇ ਬੰਗਲੁਰੂ ਦੇ ਵਿੱਚ। ਤੇ ਬੰਗਲੁਰੂ ਦੇ ਵਿੱਚ ਫਿਰ ਕਹਿੰਦਾ ਭਾਵ ਕਿ ਕਾਂਗਰਸ ਨੇ ਇਸ ਗੱਲ ਨੂੰ ਹਾਮੀ ਭਰ ਦਿੱਤੀ ਕਿ ਉਹ ਆਰਡੀਨੈਂਸ ਦੇ ਬਿੱਲ ਦੇ ਮਾਮਲੇ ਦੇ ਵਿੱਚ ਉਹ ਕੇਂਦਰ ਦੀ ਹਮਾਇਤ ਨਹੀਂ ਕਰਨਗੇ, ਮਤਲਬ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦੇਸ਼ ਦੀ ਵੱਡੀ ਪਾਰਟੀ ਕਾਂਗਰਸ ਭੁਗਤੇਗੀ। ਹੁਣ ਇਸ ਵੇਲੇ ਰਾਜ ਸਭਾ ਦੇ ਵਿੱਚ ਸੀਟਾਂ ਸੱਤਾ ਧਿਰ ਤੇ ਵਿਰੋਧੀ ਧਿਰ, ਜਿਹੜੇ ਇਸ ਵੇਲੇ ਦੋ ਖੇਮੇ ਨੇ, ਉਹ ਕਰੀਬ ਬਰਾਬਰ ਹੀ ਦੱਸੀਆਂ ਜਾਂਦੀਆਂ ਨੇ। ਹੁਣ ਕਿਹੜਾ ਬਾਜੀ ਮਾਰਦਾ, ਬੜੀ ਵੱਡੀ ਇੱਕ ਅਜਮਾਇਸ਼ ਹੈ, ਪਰਖ ਦੀ ਘੜੀ ਹੈ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਜਿਸ ਤਰ੍ਹਾਂ ਕਿ ਕੇਂਦਰ ਸਰਕਾਰ ਨੇ ਜੋ ਦਿੱਲੀ ਦੀਆਂ ਸੇਵਾਵਾਂ ਬਾਰੇ ਪਿਛਲੇ ਸਮੇਂ ਦੇ ਵਿੱਚ ਆਰਡੀਨੈਂਸ ਜਾਰੀ ਕੀਤਾ ਸੀ, ਉਸ ਨੂੰ ਬਿੱਲ ਦੇ ਰੂਪ ਦੇ ਵਿੱਚ ਹੁਣ ਇਸ ਸੈਸ਼ਨ ਦੇ ਵਿੱਚ, ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਲੋਕ ਸਭਾ ਦੇ ਵਿੱਚ ਪੇਸ਼ ਕੀਤਾ। ਡਾਕਟਰ ਸਾਹਿਬ ਪਹਿਲਾਂ ਤਾਂ ਇਹ ਦੱਸਿਓ ਕਿ ਆਰਡੀਨੈਂਸ ਨੂੰ ਬਿੱਲ ਦੇ ਵਿੱਚ ਲਿਆਉਣਾ ਜ਼ਰੂਰੀ ਹੈ, ਇਹ ਤਕਨੀਕੀ ਤੌਰ ਤੇ ਇਹ ਮਾਮਲਾ ਕੀ ਹੈ? ਭਿੰਡਰ ਸਾਹਿਬ, ਜਦੋਂ ਸੈਸ਼ਨ ਨਾ ਚੱਲ ਰਿਹਾ ਹੋਵੇ ਤਾਂ ਤਾਂ ਸਰਕਾਰ ਦੇ ਸਿਫਾਰਸ਼ਾਂ ਦੇ ਨਾਲ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਆਰਡੀਨੈਂਸ ਰਾਸ਼ਟਰਪਤੀ ਵੱਲੋਂ ਜਾਰੀ ਕੀਤਾ ਜਾਂਦਾ ਹੈ ਤੇ ਉਹ ਅਗਲੇ ਸੈਸ਼ਨ ਦੇ ਵਿੱਚ 6 ਹਫ਼ਤਿਆਂ ਦੇ ਵਿੱਚ ਉਹ ਲਿਆਉਣਾ ਹੁੰਦਾ ਹੈ ਪਾਰਲੀਮੈਂਟ ਦੇ ਵਿੱਚ, ਉਹ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ। ਹੁਣ ਇਹ ਬਿੱਲ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਨੂੰ ਕੇਂਦਰ ਦੀ ਕੈਬਨਿਟ ਨੇ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਹ ਲੋਕ ਸਭਾ ਦੇ ਵਿੱਚ ਪੇਸ਼ ਹੋਵੇਗਾ। ਲੋਕ ਸਭਾ ਦੇ ਵਿੱਚ ਐਨਡੀਏ ਦੀ ਬਹੁਮਤ ਹੈ, ਇੱਥੇ ਪਾਸ ਹੋ ਜਾਣਾ ਤੈਅ ਹੈ। ਇਸ ਤੋਂ ਬਾਅਦ ਰਾਜ ਸਭਾ 'ਚ ਜਾਏਗਾ। ਰਾਜ ਸਭਾ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ
ਐਨਡੀਏ ਤੇ ਇੰਡੀਆ ਜਿਹੜਾ ਨਵਾਂ ਗੱਠਜੋੜ ਬਣਿਆ, ਇਹ ਇਹਨਾਂ ਦੀ ਜ਼ੋਰ ਅਜ਼ਮਾਇਸ਼ ਹੋਏਗੀ ਤੇ ਦੇਖਿਆ ਜਾਵੇਗਾ ਕਿ ਇੱਥੇ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰਦੇ ਨੇ। ਤੇ ਇਸ ਤੋਂ ਬਾਅਦ ਫਿਰ ਇਹ ਐਕਟ ਬਣੇਗਾ ਤੇ ਰਾਸ਼ਟਰਪਤੀ ਜੀ ਪਾਸ ਪ੍ਰਵਾਨਗੀ ਦੇ ਲਈ ਜਾਏਗਾ। ਜੇ ਰਾਜ ਸਭਾ ਦੇ ਵਿੱਚ ਪਾਸ ਹੋ ਜਾਂਦਾ ਤਾਂ, ਤੇ ਜੇ ਉੱਥੇ ਨਹੀਂ ਹੁੰਦਾ ਤਾਂ ਜਾਂ ਇਹ ਕਿਸੇ ਕਮੇਟੀ ਦੇ ਹਵਾਲੇ ਹੁੰਦਾ ਜਾਂ ਇਹਦੇ 'ਚ ਕੋਈ ਸੋਧਾਂ ਹੁੰਦੀਆਂ ਨੇ, ਇਹ ਤਾਂ ਬਾਅਦ ਦੇ ਵਿੱਚ ਦੇਖਣ ਵਾਲੀ ਗੱਲ ਹੈ। ਤੇ ਪਹਿਲਾਂ ਇਹ ਲੋਕ ਸਭਾ ਦੇ ਵਿੱਚ ਜਾਏਗਾ। ਜੀ ਭਿੰਦਰ ਸਾਹਿਬ। ਡਾਕਟਰ ਸਾਹਿਬ, ਤੁਹਾਡੀ ਵਾਲੀ ਗੱਲ ਇਹ ਠੀਕ ਹੈ ਕਿ ਇੱਕ ਪਿਛਲੇ ਸਮੇਂ ਰੌਲਾ ਜ਼ਰੂਰ ਸੀ ਕਿ ਜਿਹੜੀ ਸੱਤਾ ਧਿਰ ਇਸ ਆਰਡੀਨੈਂਸ 'ਚ ਕੁਝ ਸੋਧ ਕਰ ਸਕਦੀ ਹੈ, ਮਾਮਲੇ ਨੂੰ ਲਮਕਾ ਸਕਦੀ ਹੈ, ਪਰੰਤੂ ਹੁਣ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ। ਹੁਣ ਤੈਅ ਹੈ ਕਿ ਉਹ ਹੁਣ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਇਹ ਅੱਗੇ ਲੰਘੇਗਾ, ਵਧੇਗਾ, ਤਾਂ ਹੀ ਜਾ ਕੇ ਇਹ ਆਪਣੇ ਵਿਧੀ ਵਿਧਾਨ 'ਚ ਕੰਪਲੀਟ ਹੋਏਗਾ। ਜੀ ਡਾਕਟਰ ਸਾਹਿਬ। ਬਿਲਕੁਲ ਜੀ ਭਿੰਦਰ ਸਾਹਿਬ, ਇਹ ਕਾਨੂੰਨ ਬਣੇਗਾ, ਫਿਰ ਉਸ ਦੇ ਮੁਤਾਬਕ ਕਾਰਜ ਚੱਲੇਗਾ ਤੇ ਐਲਜੀ ਦੇ ਪਾਸ ਜਾਂ ਜਿਸ ਤਰ੍ਹਾਂ ਦਾ ਬਿੱਲ ਦੇ ਵਿੱਚ ਹੈ ਕਿ ਇੱਕ ਅਥਾਰਟੀ ਬਣਾਈ ਜਾਵੇਗੀ ਜਿਹੜੀ ਕਿ ਦਿੱਲੀ ਦੀਆਂ ਸੇਵਾਵਾਂ ਨੂੰ ਦੇ ਉੱਪਰ ਕੰਟਰੋਲ ਕਰੇਗੀ। ਦਿੱਲੀ ਸਰਕਾਰ ਜਿਹੜੀ ਹੈਗੀ ਆ ਉਹਦੇ ਖੇਤਰ ਤੋਂ ਕੱਢ ਕੇ ਇੱਕ ਅਥਾਰਟੀ ਦੇ ਅਧਿਕਾਰ ਖੇਤਰ ਦੇ ਵਿੱਚ ਉਹ ਸੇਵਾਵਾਂ ਆਉਣਗੀਆਂ। ਇਸ ਤਰ੍ਹਾਂ ਦਾ ਕਾਰਜ ਕੀਤਾ ਜਾਏਗਾ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਉੱਪਰ ਬੜੀ ਲੰਬੀ ਤੇ ਤਿੱਖੀ ਬਹਿਸ ਵੀ ਹੋਏਗੀ ਤੇ ਇਹਦੀ ਸਥਿਤੀ ਵੀ ਸਪਸ਼ਟ ਹੋਏਗੀ। ਬਿਲਕੁਲ ਡਾਕਟਰ ਸਾਹਿਬ, ਫਿਰ ਅਜਿਹੇ ਮਾਮਲੇ ਨਾਲ ਦੇਸ਼ ਦੀ ਜਿਹੜੀ ਹੈ ਸੱਤਾ ਧਿਰ ਤੇ ਵਿਰੋਧੀ ਧਿਰ ਦਰਮਿਆਨ ਇੱਕ ਵਾਰ ਫਿਰ ਕੁੰਡੀਆਂ ਦੇ ਸਿੰਘ ਫਸਣਗੇ, ਖਾਸ ਕਰਕੇ ਰਾਜ ਸਭਾ ਦੀ ਵੋਟਿੰਗ ਵੇਲੇ। ਰਾਜ ਸਭਾ ਦੇ ਵਿੱਚੋਂ ਕਿਵੇਂ ਪਾਸ ਹੁੰਦਾ ਹੈ, ਮਾਮਲਾ ਪਾਸ ਹੁੰਦਾ ਹੈ ਜਾਂ ਫੇਲ ਹੁੰਦਾ ਹੈ। ਫਿਲਹਾਲ ਇਸ ਮਾਮਲੇ ਉੱਤੇ ਇੱਕ ਵਾਰ ਫਿਰ ਸਿਆਸਤ ਜ਼ਰੂਰ ਪੱਕੇਗੀ। ਆਪਾਂ ਪੰਜਾਬ ਦੇ ਇੱਕ ਮਸਲੇ ਵੱਲ ਆਈਏ। ਪਿਛਲੇ ਦਿਨੀ ਇੱਕ ਬ੍ਰੌਡਕਾਸਟਿੰਗ ਨੂੰ ਲੈ ਕੇ ਪੰਜਾਬ ਦਾ ਮਸਲਾ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਟੇਲਾਈਟ ਚੈਨਲ ਆਰੰਭਣਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਸੀ, ਜਿਹਦੀ ਵੱਡੀ ਚਰਚਾ ਰਹੀ। ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਦੇ ਇੱਕ ਵਿਸ਼ੇਸ਼ ਸੈਸ਼ਨ ਦੇ ਵਿੱਚ ਵੀ ਇਹ ਵੱਡੇ ਪੱਧਰ ਉੱਤੇ ਗੂੰਜਿਆ। ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਤੇ ਪੰਜਾਬ ਦੇ ਗਵਰਨਰ ਤੇ ਹੋਰ ਕਈ ਸਿਆਸੀ ਧਿਰਾਂ ਆਮੋ ਸਾਹਮਣੇ ਵੀ ਨੇ। ਮਾਮਲਾ ਬੜਾ ਚਰਚਿਤ ਵੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਾਅਦੇ ਮੁਤਾਬਕ ਲੰਘੇ ਕੱਲ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਠਾਕਰ ਉਹਨਾਂ ਦੇ ਕੋਲ ਜਾ ਕੇ ਸੈਟੇਲਾਈਟ ਨੂੰ ਆਰੰਭਣ ਲਈ ਆਪਣੀ ਚਾਰਾਜੋਈ ਕਵਾਇਦ ਆਰੰਭ ਦਿੱਤੀ ਹੈ। ਤੇ ਜਿਹੜੀ ਵੱਡੀ ਗੱਲ ਕੱਲ੍ਹ ਵਾਲੀ ਇਸ ਬੈਠਕ ਦੇ ਵਿੱਚੋਂ ਕਹਿੰਦਾ ਭਾਵ ਕਿ ਸ਼੍ਰੋਮਣੀ ਕਮੇਟੀ ਤੇ ਕੇਂਦਰੀ ਮੰਤਰੀ ਨਾਲ ਜਿਹੜਾ ਵਫਦ ਗੱਲਬਾਤ ਹੋਈ, ਉਹਦੇ ਵਿੱਚ ਇੱਕ ਹੋਰ ਤਰ੍ਹਾਂ ਦੀ ਵੱਖਰੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਦੂਰਦਰਸ਼ਨ ਉੱਤੇ ਡਿਸ਼ ਜ਼ਰੀਏ ਮੁਫਤ ਜਿਹੜਾ ਇਹ ਗੁਰਬਾਣੀ ਪ੍ਰਸਾਰਣ ਹੈ ਉਹ ਹੋਰ ਵਿਆਪਕ ਪੱਧਰ ਉੱਤੇ ਜਾਰੀ ਹੋਏਗਾ। ਤੇ ਸ਼੍ਰੋਮਣੀ ਕਮੇਟੀ ਨੇ ਅਜਿਹਾ ਸੁਝਾਅ ਕਹਿੰਦਾ ਭਾਵ ਕਿ ਭਾਰਤ ਸਰਕਾਰ ਨੂੰ ਵੀ ਦਿੱਤਾ ਹੈ। ਹੁਣ ਮੁਫਤ ਡਿਸ਼ ਤੇ ਇਹਦੇ ਉੱਤੇ ਗੁਰਬਾਣੀ, ਕਿਉਂਕਿ ਬੜੇ ਲੰਬੇ ਸਮੇਂ ਤੋਂ ਸਿੱਖਾਂ ਦੀ ਇਹ ਮੰਗ ਸੀ। ਭਾਵੇਂ ਪਿਛਲੇ ਸਮੇਂ ਜਦੋਂ ਇਹ ਮੰਗ ਉੱਠੀ ਉਦੋਂ ਤਕਨੀਕ ਵਧੇਰੇ ਕਰਕੇ ਰੇਡੀਓ ਪ੍ਰਸਾਰਣ ਤੱਕ ਸੀ ਕਿ ਰੇਡੀਓ ਦੀ ਮੰਗ ਉੱਠੀ, ਤੇ ਫਿਰ ਇਸ ਤੋਂ ਬਾਅਦ ਚੈਨਲ ਦੀ ਜਾਂ ਟੀਵੀ ਦੀ ਮੰਗ ਉੱਭਰਦੀ ਰਹੀ। ਹੁਣ ਇਹ ਮੰਗ ਸਿਖਰ ਉੱਤੇ ਹੈ। ਡਾਕਟਰ ਸਾਹਿਬ, ਕਦੋਂ ਤੱਕ ਕੇਂਦਰ ਸਰਕਾਰ ਇਸ ਮਾਮਲੇ ਉੱਤੇ ਜਿਹੜੀ ਇਹ ਕਵਾਇਦ ਆਰੰਭ ਹੋਈ ਹੈ ਸ਼੍ਰੋਮਣੀ ਕਮੇਟੀ ਵੱਲੋਂ ਉਹਦੇ ਤੇ ਮੋਹਰ ਲਾ ਸਕਦਾ ਹੈ? ਕੀ ਤਕਨੀਕੀ ਕਾਰਨ ਰਹਿਣਗੇ ਇਸ ਨੂੰ ਅੱਗੇ ਵਧਾਉਣ ਦੇ, ਜਾਂ ਕਿਸ ਤਰ੍ਹਾਂ ਦੀ ਕੋਈ ਰੁਕਾਵਟ ਆ ਸਕਦੀ ਹੈ? ਜੀ ਡਾਕਟਰ ਸਾਹਿਬ। ਪਿੰਡਰ ਸਾਹਿਬ, ਜਿਸ ਤਰ੍ਹਾਂ ਕਿ ਸੈਟੇਲਾਈਟ ਚੈਨਲ ਦੀ ਮਨਜ਼ੂਰੀ ਲੈਣ ਦੇ ਲਈ ਤੇ ਇਸ ਨੂੰ ਅੱਗੇ ਵਧਾਉਣ ਦੇ ਲਈ ਐਸਜੀਪੀਸੀ ਦਾ ਵੱਡਾ ਵਫਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕਰ ਜੀ, ਸੂਚਨਾ ਤੇ ਪ੍ਰਸਾਰਣ ਮੰਤਰੀ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਆਪਣੀ ਇਸ ਸਕੀਮ ਬਾਰੇ ਸਾਰਾ ਜਾਣੂ ਕਰਾਇਆ ਤੇ ਉਹਨਾਂ ਨੂੰ ਕਿਹਾ ਕਿ ਇਸ ਮਾਮਲੇ ਨੂੰ ਅੱਗੇ ਵਧਾਇਆ ਜਾਵੇ। ਜਿਸ ਤਰ੍ਹਾਂ ਕਾਰਜ ਲੱਗਦਾ, ਕਿਉਂਕਿ ਇਸ ਦੇ ਕੁਝ ਤਕਨੀਕੀ ਪਹਿਲੂ ਹੁੰਦੇ ਨੇ, ਸੈਟੇਲਾਈਟ ਬਾਰੇ ਕੁਝ ਧਾਰਮਿਕ ਹੈ ਜਿਹੜਾ ਇਹਦੀ ਮਰਿਆਦਾ ਦੇ ਨਾਲ ਸੰਬੰਧਿਤ ਹੈ, ਕੁਝ ਇਹਦੇ ਲੀਗਲ ਐਸਪੈਕਟ ਹੋਣਗੇ, ਜਿਹੜੀਆਂ ਕੋਈ ਸ਼ਰਤਾਂ ਨੇ ਤੈਅ ਹੋਈਆਂ ਉਹਦੇ ਬਾਰੇ ਵੱਖੋ ਵੱਖਰੇ ਪੱਖਾਂ ਤੋਂ ਉਹਨੂੰ ਵਿਚਾਰਿਆ ਜਾਂਦਾ ਹੈ ਤਾਂ ਜੋ ਜਿਹੜੀਆਂ ਭਵਿੱਖ ਦੇ ਵਿੱਚ ਉਤਪੰਨ ਹੋਣ ਵਾਲੀਆਂ ਸਮੱਸਿਆ ਦਾ ਉਹਨਾਂ ਦਾ ਸਮਾਧਾਨ ਤੇ ਉਹਨਾਂ ਦੀ ਲੀਗਲ ਇੰਪਲੀਕੇਸ਼ਨ ਵੀ ਕਿਸ ਤਰ੍ਹਾਂ ਹੋਊਗੀ। ਕਿਉਂਕਿ ਸੈਟੇਲਾਈਟ ਚੈਨਲ ਹੈ, ਇਹ ਵਿਸ਼ਵ ਵਿਆਪੀ ਚੈਨਲ ਹੋਏਗਾ ਤੇ ਦੂਰ ਤੱਕ ਇਹਦੀ ਜਾਣੀ ਹੈ ਤੇ ਪ੍ਰਸਾਰਣ ਹੋਣਾ ਹੈ। ਇਸ ਸੰਬੰਧ ਦੇ ਵਿੱਚ ਕਈ ਸ਼ਰਤਾਂ ਤੇ ਬਾਈ ਲਾਜ ਇਹਦੇ ਬਣਾਏ ਜਾਣਗੇ ਜਿਹੜੇ ਹੈਗੇ। ਉਸ ਦੇ ਲਈ ਜਿਹੜੀ ਪ੍ਰਕਿਰਿਆ ਹੈ ਉਹਦੇ ਲਈ ਜਿੰਨਾ ਕੁ ਸਮਾਂ ਹੈ ਸਰਕਾਰੀ ਉਹਦੇ ਵਿੱਚ ਜਿੱਥੋਂ ਤੱਕ ਲੱਗਦਾ ਵੀ ਥੋੜਾ ਜਲਦੀ ਹੀ ਦੇ ਵਿੱਚ ਹੀ ਇਸ ਤਰ੍ਹਾਂ ਇਹ ਮੈਚਿਓਰ ਹੋ ਜਾਏਗਾ ਤੇ ਅਮਲ 'ਚ ਆ ਸਕਦਾ। ਜਿਸ ਤਰ੍ਹਾਂ ਕਿ ਐਸਜੀਪੀਸੀ ਨੇ ਸੁਝਾਅ ਦਿੱਤਾ ਹੈ ਕਿ ਦੂਰਦਰਸ਼ਨ ਦੇ ਉੱਪਰ ਵੀ ਇਹਨੂੰ ਗੁਰਬਾਣੀ ਨੂੰ ਫ੍ਰੀ ਤੌਰ ਤੇ ਪ੍ਰਸਾਰਿਤ ਕੀਤਾ ਜਾਵੇ। ਇਸ ਤਰ੍ਹਾਂ ਦਾ ਮੁਆਇਦਾ ਵੀ ਕੀਤਾ ਜਾ ਰਿਹਾ ਹੈ ਤੇ ਇਸ ਦੇ ਲਈ ਵੱਖੋ ਵੱਖਰੀਆਂ ਸ਼ਾਇਦ ਰਾਇਆਂ ਲੈ ਕੇ ਕੇਂਦਰੀ ਮੰਤਰੀ ਸਾਹਿਬ
ਤੇ ਸਰਕਾਰ ਵੱਲੋਂ ਜੇ ਹੈ ਆਪਣੇ ਲੀਗਲ ਐਸਪੈਕਟ ਨੂੰ ਜਾਂਚ ਕੇ ਇਹਦੇ ਤੇ ਸ਼ੀਘਰ ਹੀ ਇਸ ਤੇ ਕਾਰਵਾਈ ਹੋਣ ਦੀਆਂ ਸੰਭਾਵਨਾਵਾਂ ਨੇ। ਜੀ ਭਿੰਡਰ ਸਾਹਿਬ। ਡਾਕਟਰ ਸਾਹਿਬ, ਬਾਬਾ ਜੋਗਿੰਦਰ ਸਿੰਘ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਈ ਮਹੀਨੇ ਅਗਵਾਈ ਕੀਤੀ ਤੇ ਉਹਨਾਂ ਨੇ ਫਿਰ ਇਹ ਅਗਵਾਈ ਭਾਈ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਸੌਂਪ ਦਿੱਤੀ, ਜਿਹੜੇ ਕਿ ਇਸ ਵੇਲੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ, ਤਰਨਤਾਰਨ ਤੋਂ ਵੀ ਰਹੇ ਨੇ ਉਹ। ਖੈਰ, ਲੰਮੇ ਸਾਲਾਂ ਬੱਧੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵਜੂਦ ਕਰੀਬ ਇੱਕ ਹੀ ਰਿਹਾ, ਭਾਵੇਂ ਟੁੱਟ ਭੱਜ ਹੁੰਦੀ ਰਹੀ। ਸਿਮਰਜੀਤ ਸਿੰਘ ਮਾਨ ਨੇ ਕਈ ਆਗੂਆਂ ਨੂੰ ਬਾਹਰ ਵੀ ਕੱਢਿਆ, ਕਈਆਂ ਨੂੰ ਨੁਕਰੇ ਵੀ ਲਾਇਆ, ਤੇ ਪਰੰਤੂ ਪਾਰਟੀ ਦਫਾੜ ਨਹੀਂ ਹੋਈ, ਪਾਰਟੀ ਇੱਕ ਰਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਪਰੰਤੂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ, ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਨਿਕਲ ਕੇ ਉਹਨਾਂ ਆਗੂਆਂ ਦੀ ਇੱਕ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਬਣ ਚੁੱਕੀ ਹੈ। ਲੰਘੇ ਦਿਨੀ ਇਹ ਜਿਹੜੀ ਨਵੀਂ ਪਾਰਟੀ ਕਾਇਮ ਹੋਈ ਸੀ ਤੇ ਅੱਜ ਇਸ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਹੜੇ ਕਿ ਭਾਈ ਸਿਮਰਜੀਤ ਸਿੰਘ ਮਾਨ ਦਾ ਸੱਜਾ ਹੱਥ ਮੰਨੇ ਜਾਂਦੇ ਸਨ, ਉਹਨਾਂ ਦੀ ਅਗਵਾਈ ਹੇਠ ਸ਼ੁਕਰਾਨਾ ਵਜੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਹ ਪਾਰਟੀ ਦੇ ਆਗੂ ਪਹੁੰਚੇ, ਜਿੱਥੇ ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਸਨਮਾਨਿਆ ਵੀ ਗਿਆ। ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਇੱਕ ਬੇਦਾਗ ਲੀਡਰ ਦੱਸੇ ਜਾਂਦੇ ਆ ਤੇ ਦੋਨਾਂ ਧਿਰਾਂ ਦੇ ਵਿੱਚ ਪਿਛਲੇ ਸਮੇਂ ਕਾਫੀ ਦੂਸ਼ਣਬਾਜ਼ੀ ਵੀ ਚੱਲਦੀ ਰਹੀ, ਕਿਉਂਕਿ ਕਾਹਨ ਸਿੰਘ ਵਾਲਾ ਉਹਨਾਂ ਨੂੰ ਨੋਟਿਸ ਕੋਈ ਦਿੱਤਾ ਗਿਆ ਸੀ ਪਾਰਟੀ ਵੱਲੋਂ, ਜਿਸ ਉੱਤੇ ਪਾਰਟੀ ਦੇ ਵਿੱਚ ਇੱਕ ਕਾਫੀ ਜਿਹੜਾ ਅੰਦਰੂਨੀ ਤੌਰ ਤੇ ਮਾਹੌਲ ਜਿਹੜਾ ਹੰਗਾਮਾ ਭਰਪੂਰ ਰਿਹਾ ਤੇ ਆਖਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਫਾੜ ਹੋ ਗਈ। ਕਹਿੰਦਾ ਭਾਵ ਕਿ ਬੜੇ ਸਾਲਾਂ ਬੱਧੀ ਪਾਰਟੀ ਦਾ ਵਜੂਦ ਇੱਕ ਰਿਹਾ ਤੇ ਹੁਣ ਪਾਰਟੀ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਹੈ। ਡਾਕਟਰ ਸਾਹਿਬ, ਇਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਸ ਪਾਰਟੀ ਨੇ ਪੰਜਾਬ ਦੀਆਂ ਕਈ ਚੋਣਾਂ ਦੇ ਵਿੱਚ ਆਪਣੀ ਕਾਫੀ ਸਰਗਰਮ ਭੂਮਿਕਾ ਵੀ ਵਿਖਾਈ ਹੈ ਤੇ ਕਈ ਵਾਰ ਇਸ ਦਲ ਨੂੰ ਲੋਕਾਂ ਨੇ ਵੱਡਾ ਭਰਵਾਂ ਸਹਿਯੋਗ ਵੀ ਦਿੱਤਾ ਹੈ, ਭਾਵੇਂ ਪਿਛਲੀਆਂ ਕਈ ਚੋਣਾਂ ਦੀ ਆਪਾਂ ਗੱਲ ਕਰ ਲਈਏ ਲੋਕ ਸਭਾ ਦੀਆਂ, ਜਾਂ ਹੁਣ ਪਿਛਲੇ ਸਮੇਂ ਜਿਹੜੀ ਜਿਮਣੀ ਸੰਗਰੂਰ ਦੀ ਚੋਣ ਲੋਕ ਸਭਾ ਦੀ ਹੋਈ ਸੀ, ਉਹਦੇ ਵਿੱਚ ਫਿਰ ਲੋਕਾਂ ਨੇ ਇਸ ਪਾਰਟੀ ਨੂੰ ਫਤਵਾ ਦਿੱਤਾ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਲੰਬਾ ਇਤਿਹਾਸ ਹੈ। ਇਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਇੱਕ ਵੱਖਰੀ ਛਾਪ ਛੱਡੀ ਹੈ। ਵਿਰਸਨ ਦੇ ਇਹਦੇ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਰਹੇ ਨੇ ਤੇ ਉਹਨਾਂ ਨੇ ਕਈ ਉਤਰਾਅ ਚੜਾਅ ਦੇਖੇ ਨੇ। ਇਸ ਪਾਰਟੀ ਨੇ ਇੱਕ ਵਾਰ ਇਹ ਸੀ ਕਿ ਸਾਰੀ ਸਮੁੱਚੀ ਪੰਜਾਬ ਦੀ ਅਗਵਾਈ ਕਰਨ ਦੇ ਸਮਰੱਥ ਇਹ ਪਾਰਟੀ ਬਣ ਚੁੱਕੀ ਸੀ, ਪਰੰਤੂ ਫਿਰ ਵੀ ਇਹ ਬਿਲਕੁਲ ਸੱਤਾ ਦੇ ਨੇੜੇ ਪਹੁੰਚਦੇ ਦੂਰ ਹੋ ਗਏ। ਤੇ ਉਸ ਤੋਂ ਬਾਅਦ ਇਸ ਪਾਰਟੀ ਦਾ ਇਹ ਵੀ ਦੌਰ ਆ ਗਿਆ ਸੀ ਕਿ ਇਹਨਾਂ ਨੂੰ ਬਿਲਕੁਲ ਹੀ ਮਤਲਬ ਰਾਜਨੀਤੀ ਦੇ ਵਿੱਚ ਕੋਈ ਇਹਨਾਂ ਦੀ ਪ੍ਰਭਾਵ ਨਹੀਂ ਸੀ ਰਿਹਾ, ਬਹੁਤ ਘਟ ਗਿਆ ਸੀਗਾ ਪ੍ਰਭਾਵ ਇਸ ਪਾਰਟੀ ਦਾ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਦੇਖਿਆ ਜਾਵੇ। ਪਰ ਜਿਸ ਤਰ੍ਹਾਂ ਕਿ ਪਿਛਲੇ ਸਾਲ ਸੰਗਰੂਰ ਦੀ ਉਪਚੋਣ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਤੇ ਉਸ ਵੇਲੇ ਤਾਂ ਇਹ ਲੱਗਣ ਲੱਗ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਿਰ ਰਾਜ ਸੱਤਾ ਵੱਲ ਨੂੰ ਵਧ ਰਹੀ ਹੈ ਤੇ ਇਹਦਾ ਆਗਮਨ ਬਹੁਤ ਤੇਜ਼ੀ ਨਾਲ ਵਧੇਗਾ ਤੇ ਇਹ ਸੰਗਰੂਰ ਸੀਟ ਜਿੱਤ ਲੈਣੀ ਵੀ ਆਪਣੇ ਆਪ ਦੇ ਵਿੱਚ ਇਹਨਾਂ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਸੀ, ਕਿਉਂਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦਾ ਮਾਨ ਦੀ ਇਹ ਸੀਟ ਸੀ ਤੇ ਉਹਨਾਂ ਦਾ ਜ਼ਿਲ੍ਹਾ ਤੇ ਜੱਦੀ ਜ਼ਿਲ੍ਹੇ ਦੇ ਵਿੱਚੋਂ ਸਰਕਾਰ ਬਣੀ ਨੂੰ ਹਲੇ ਬਹੁਤ ਥੋੜੇ ਮਹੀਨੇ ਹੋਏ ਸੀ ਤੇ ਸਿਮਰਨਜੀਤ ਸਿੰਘ ਮਾਨ ਉੱਥੇ ਸਰਕਾਰ ਨੂੰ ਹਰਾ ਕੇ ਆਪਣੀ ਸੀਟ ਜਿੱਤ ਗਏ ਸਨ। ਉਸ ਵੇਲੇ ਇਹ ਬਹੁਤ ਵੱਡੀ ਉਹ ਲੱਗ ਰਹੀ ਸੀ, ਪਰੰਤੂ ਕਈ ਵਾਰੀ ਹੁੰਦਾ ਕਿ ਪਾਰਟੀ ਦੇ ਅੰਦਰ ਇਹਨਾਂ ਦੇ ਕਾਫੀ ਕੁਝ ਸੁਲਝ ਰਿਹਾ ਸੀ, ਜਿਸ ਤਰ੍ਹਾਂ ਕਿ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਵੇਂ ਦੱਸਿਆ ਕਿ ਭਾਈ ਸਿਮਰਨਜੀਤ ਸਿੰਘ ਮਾਨ ਦੇ ਸੱਜੇ ਹੱਥ ਸਨ ਤੇ ਬਹੁਤ ਇਹਨਾਂ ਨੇ ਕਾਰਜ ਵੀ ਕੀਤਾ ਸੀ, ਪਰੰਤੂ ਉਹਨਾਂ ਦੇ ਨਾਲ ਇਹਨਾਂ ਡਿਫਰੈਂਸਿਸ ਕ੍ਰੀਏਟ ਹੋ ਗਏ ਤੇ ਇਹ ਲੱਗ ਰਿਹਾ ਸੀ ਕਿ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਪਾਰਟੀ ਚੋਂ ਕੱਢਿਆ ਜਾਊਗਾ ਤੇ ਕੱਢਣ ਤੋਂ ਪਹਿਲਾਂ ਹੀ ਉਹਨਾਂ ਨੇ ਪਾਰਟੀ ਛੱਡ ਕੇ ਹੁਣ ਉਹਨਾਂ ਨੇ ਨਵੀਂ ਪਾਰਟੀ ਬਣਾ ਲਈ ਹੈ ਤੇ ਉਹਦੀ ਪੰਜਾਬ ਦੇ ਵਿੱਚ ਆਪਣੀਆਂ ਸਰਗਰਮੀਆਂ ਆਰੰਭਣ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਆਪਣਾ ਸ਼ੁਕਰਾਨਾ ਕੀਤਾ ਤੇ SGPC ਦੇ ਵੱਲੋਂ ਉਹਨਾਂ ਨੂੰ ਸਰੋਪਾ ਤੇ ਸਨਮਾਨ ਕੀਤਾ। ਇਹ ਇਸ ਤਰ੍ਹਾਂ ਲੱਗਦਾ ਹੈ ਕਿ ਪਾਰਟੀ ਹੁਣ ਆਪਣੀ ਅਗਵਾਈ ਦੇ ਹੇਠ, ਜਸਕਰਨ ਸਿੰਘ ਜੀ ਦੀ ਅਗਵਾਈ ਦੇ ਹੇਠ ਆਪਣੀਆਂ ਸਰਗਰਮੀਆਂ ਵਧਾਏਗੀ। ਪਰ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਪਾਰਟੀਆਂ ਦੀ ਟੁੱਟ ਭੱਜ ਬਹੁਤ ਹੋ ਰਹੀ ਹੈ, ਪੰਥਕ ਧਿਰਾਂ ਦੀ ਕਾਫੀ ਟੁੱਟ ਭੱਜ ਹੋ ਰਹੀ ਹੈ, ਇਹਦੇ ਤੋਂ ਇਹ ਲੱਗ ਰਿਹਾ ਹੈ ਬਈ ਕੋਈ ਨਵੀਂ ਤਰ੍ਹਾਂ ਦਾ ਸਮੀਕਰਨ ਬਣਨਗੇ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਇਹ ਹੈ ਕਿ ਪੰਜਾਬ ਦੇ ਵਿੱਚ
ਜਾਂ ਪੰਥਕ ਧਿਰਾਂ ਦੇ ਵਿੱਚ ਕੋਈ ਕ੍ਰਾਈਸਿਸ ਇੰਨਾ ਡੂੰਘਾ ਵੀ ਜਿਸ ਦੇ ਕਾਰਨ ਥੋੜ੍ਹੀ ਥੋੜ੍ਹੀ ਗੱਲ ਤੇ ਟੁੱਟ ਭੱਜ ਹੋ ਰਹੀ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਪਾਸੇ ਨੂੰ ਰੁਖ ਅਖਤਿਆਰ ਕਰੇਗਾ। ਜਦ ਕਿ ਜਦੋਂ ਚੜ੍ਹਤ ਵੱਲ ਨੂੰ ਜਾਂਦਾ ਹੁੰਦਾ ਸਮੁੱਚੇ ਪੰਥ ਦੇ ਵਿੱਚ, ਇਹ ਵੈਸੇ ਇੱਕ ਨਿਰਾਸ਼ਤਾ ਦਾ ਦੌਰ ਉਤਪੰਨ ਹੋਏਗਾ ਜਦੋਂ ਇੰਨੀ ਟੁੱਟ ਭੱਜ ਹੋ ਰਹੀ ਹੈ, ਜਦ ਕਿ ਚੜ੍ਹਤ ਵੱਲ ਨੂੰ ਵਧਣਾ ਚਾਹੀਦਾ ਸੀ। ਜੀ ਭਿੰਡਰ ਸਾਹਿਬ। ਡਾਕਟਰ ਸਾਹਿਬ, ਤੁਹਾਡੀ ਇੱਕ ਬੜੀ ਵੱਡੀ ਗੱਲ ਸਾਹਮਣੇ ਆਈ ਹੈ ਕਿ ਸੰਗਰੂਰ ਜਿੱਤ ਮਗਰੋਂ ਹਾਲਾਤ ਇਦਾਂ ਦਿਸਦੇ ਸੀ ਕਿ ਸ਼ਾਇਦ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੱਡੀ ਚੜ੍ਹਤ ਹੋਏਗੀ ਤੇ ਅਕਾਲੀ ਸਭਾ ਦੇ ਵਿੱਚ ਸਿਮਰਜੀਤ ਸਿੰਘ ਮਾਨ ਇੱਕ ਸਰਮੌਰ ਆਗੂ ਵਜੋਂ ਸਾਹਮਣੇ ਆਉਣਗੇ, ਪਰੰਤੂ ਅਜਿਹਾ ਹੋਣ ਦੀ ਬਜਾਏ ਸਗੋਂ ਮਾਮਲਾ ਉਲਟ ਫੇਰ ਵੱਲ ਹੈ। ਪਾਰਟੀ ਉਲਟ ਹੁਣ ਦਫਾੜ ਹੋ ਗਈ ਹੈ। ਜੀ ਡਾਕਟਰ ਸਾਹਿਬ। ਬਿਲਕੁਲ ਜੀ, ਵੈਸੇ ਕ੍ਰਾਈਸਿਸ ਦਾ ਦੌਰ ਹੈ। ਜਿਸ ਤਰ੍ਹਾਂ ਦੇਖਿਆ ਜਾਵੇ ਵਿਸ਼ਵ ਪੱਧਰ ਦੇ ਉੱਪਰ ਵੀ ਨਾ ਸਾਰੀਆਂ ਪਾਰਟੀਆਂ ਦੇ ਵਿਸ਼ਵ ਦੇ ਦੇਸ਼ਾਂ ਦੇ ਵਿੱਚ ਵੀ ਇੱਕ ਹਫੜਾ ਦਫੜੀ ਵਾਲਾ ਮਾਹੌਲ ਹੈ। ਇਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਵੀ ਜੋ ਪੰਥਕ ਪਾਰਟੀਆਂ ਜਾਂ ਪੰਥਕ ਧਿਰਾਂ ਨੇ, ਇਹਨਾਂ ਦੇ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਦਾ ਮਾਹੌਲ ਉਤਪੰਨ ਹੋ ਰਿਹਾ। ਇਹਦੇ 2-3 ਕਾਰਨ ਹੋ ਸਕਦੇ ਨੇ। ਇੱਕ ਤਾਂ ਲੀਡਰਸ਼ਿਪ ਦਾ ਕ੍ਰਾਈਸਿਸ ਹੈ। ਜੇ ਕੋਈ ਇਸ ਤਰ੍ਹਾਂ ਦੀ ਕ੍ਰਿਸ਼ਮਈ ਲੀਡਰ ਹੋਵੇ ਜਿਹੜਾ ਕਿ ਸਾਰੀਆਂ ਧਿਰਾਂ ਨੂੰ ਇਕੱਠਾ ਕਰਕੇ ਪੰਥ ਨੂੰ ਜਾਂ ਸਿੱਖ ਧਰਮ ਨੂੰ ਜਾਂ ਸਿੱਖੀ ਨੂੰ ਜਾਂ ਪੰਜਾਬੀਆਂ ਨੂੰ ਇਸ ਸੰਕਟ ਦੇ ਵਿੱਚੋਂ ਕੱਢ ਸਕੇ। ਅਸਲ ਦੇ ਵਿੱਚ ਲੋਕ ਥੋੜ੍ਹੇ ਜਿਹੇ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਜ਼ਿਆਦਾ ਲੱਗ ਰਹੀ। ਤੁਸੀਂ ਪੰਥਕ ਏਕਤਾ ਦੀ ਗੱਲ ਕੀਤੀ ਹੈ ਤੇ ਭਾਈ ਧਿਆਨ ਸਿੰਘ ਮੰਡ ਹੋਰਾਂ ਨੇ ਇਹੀ ਵੀ ਤਾਂ ਸੱਦਾ ਦਿੱਤਾ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਹੋਰਾਂ ਨੂੰ ਕਿ ਉਹ ਮਿਲ ਕੇ ਬੈਠਣ ਤੇ ਚਰਚਾ ਕਰਨ। ਪੰਥਕ ਏਕਤਾ ਤੋਂ ਪਹਿਲਾਂ ਉਹਨਾਂ ਜਿਹੜਾ ਵੱਡਾ ਇਸ਼ਾਰਾ ਹੈ ਉਹਨਾਂ ਦਾ ਕਿ ਪਹਿਲਾਂ ਜਥੇਦਾਰਾਂ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ। ਇਹ ਜਥੇਦਾਰਾਂ ਦੀ ਏਕਤਾ ਕਿਵੇਂ ਹੋ ਸਕਦੀ ਹੈ? ਇਹ ਮੁਮਕਿਨ ਹੈ ਮਾਮਲਾ? ਇਹ ਸਿਆਸੀ ਤੇ ਧਾਰਮਿਕ ਦੋਵਾਂ ਪੱਖੀ ਹੈ ਤੇ ਕਿਉਂਕਿ ਇਸ ਵੇਲੇ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਨੇ ਉਹ ਗਿਆਨੀ ਰਘਬੀਰ ਸਿੰਘ ਨੇ ਤੇ ਦੂਜੇ ਬੰਨੇ ਇੱਕ ਮਤਵਾਜੀ, ਆਪਾਂ ਮਤਵਾਜੀ ਵਾਲਾ ਪਹਿਲਾਂ ਜ਼ਿਕਰ ਕਰ ਹੀ ਲਿਆ ਕਿ ਸਰਬੱਤ ਖਾਲਸਾ ਕੋਲ ਕਿਹੜੇ ਅਧਿਕਾਰ ਨੇ, ਕਦੋਂ ਤੱਕ ਅਧਿਕਾਰ ਨੇ, ਇਹ ਆਪਾਂ ਚਰਚਾ ਕੀਤੀ ਹੈ। ਪਰੰਤੂ ਹੁਣ ਜਿਹੜੀ ਹੈ ਪੰਥਕ ਏਕਤਾ ਦੀ ਗੱਲ ਤੁਸੀਂ ਨਵੇਂ ਸਿਰੋਂ ਵਿੱਚ ਗੱਲ ਲਿਆਂਦੀ ਹੈ, ਗੱਲ ਦੁਬਾਰਾ ਇਹ ਤੁਰੀ ਹੈ, ਤਾਂ ਜਥੇਦਾਰ ਧਿਆਨ ਸਿੰਘ ਮੰਡ ਦਾ ਜਿਹੜਾ ਇਹ ਸੱਦਾ ਹੈ ਉਹ ਕਿਤੇ ਨਾ ਕਿਤੇ ਫਿਰ ਜਾਇਜ਼ ਜ਼ਰੂਰ ਹੈ। ਜਥੇਦਾਰਾਂ ਦੀ ਏਕਤਾ ਹੋਏ, ਇਸ ਪ੍ਰਕਿਰਿਆ ਮਗਰੋਂ ਜਿਹੜੀ ਹੈ ਕੌਮ ਦੀ ਏਕਤਾ, ਪੰਥ ਦੀ ਏਕਤਾ। ਜੀ ਡਾਕਟਰ ਸਾਹਿਬ। ਇਹਦੇ ਲਈ ਜ਼ਰੂਰੀ ਹੈ ਕਿ ਆਪਣੀ ਹਉਮੈ ਨੂੰ ਤਿਆਗਣਾ ਤੇ ਨਿਸ਼ਕਾਮ ਹੋ ਕੇ ਕਾਰਜ ਕਰਨ ਦੀ ਜ਼ਰੂਰਤ ਹੈ, ਕਿਉਂਕਿ ਪੰਜਾਬ ਇੱਕ ਬਹੁਪੱਖੀ ਕ੍ਰਾਈਸਿਸ ਦੇ ਵਿੱਚ ਫਸਿਆ ਹੋਇਆ, ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਹੋਇਆ, ਬੇਰੁਜ਼ਗਾਰੀ ਦੇ ਵਿੱਚ ਫਸਿਆ ਹੋਇਆ, ਫਰਸਟ੍ਰੇਸ਼ਨ ਹੈ, ਪ੍ਰਵਾਸ ਦਾ ਮਸਲਾ ਹੈ, ਯੂਥ ਇੱਧਰੋਂ ਜਾ ਰਿਹਾ ਹੈ, ਨਵੀਂ ਲੀਡਰਸ਼ਿਪ ਉੱਭਰ ਨਹੀਂ ਰਹੀ ਸਿੱਖਾਂ ਦੇ ਵਿੱਚ, ਖਾਸ ਤੌਰ ਤੇ ਅਕਾਲੀ ਪਾਰਟੀ ਦੇ ਵਿੱਚ ਨਵੀਂ ਲੀਡਰਸ਼ਿਪ ਦਾ ਕੋਈ ਇਸ ਤਰ੍ਹਾਂ ਦਾ ਉਦੈ ਨਹੀਂ ਹੋ ਰਿਹਾ ਜਿਹਦੇ ਤੇ ਲੋਕ ਆਸ ਕਰ ਸਕਣ। ਲੋਕਾਂ ਨੂੰ ਆਸ਼ਾਵਾਂ ਵੱਧ ਹੁੰਦੀਆਂ ਨੇ ਪਰੰਤੂ ਉਹ ਪੂਰਤੀ ਨਹੀਂ ਹੁੰਦੀ। ਇਸ ਤੋਂ ਬਾਅਦ ਉਹ ਫਰਸਟ੍ਰੇਸ਼ਨ ਚਲੇ ਜਾਂਦੇ ਨੇ। ਇਸ ਕਰਕੇ ਜ਼ਰੂਰੀ ਹੈ ਕਿ ਸਿੱਖ ਆਸਥਾ ਔਰ ਸਿੱਖ ਧਰਮ ਔਰ ਪੰਜਾਬੀ ਸਮੁੱਚੇ ਤੌਰ ਤੇ ਇਹ ਆਸ ਲਾਈ ਬੈਠੇ ਨੇ ਵੀ ਕਿਸੇ ਪਾਸੋਂ ਵੀ ਕੋਈ ਰੋਸ਼ਨੀ ਦੀ ਕਿਰਨ ਮਿਲੇ। ਇਸ ਦੇ ਲਈ ਧਾਰਮਿਕ ਔਰ ਸਿਆਸੀ ਲੀਡਰਸ਼ਿਪ ਤੋਂ ਆਸ ਕਰਦੇ ਨੇ। ਧਾਰਮਿਕ ਖੇਤਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਮਤਲਬ ਉਹਨਾਂ ਨੂੰ ਕਿਰਨ ਨਹੀਂ ਦਿਖਾਈ ਰਹੀ। ਇਹ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਕ੍ਰਾਈਸਿਸ ਆਉਂਦਾ ਉਹਦਾ ਸਮਾਧਾਨ ਤਾਂ ਹੁੰਦਾ ਹੀ ਹੁੰਦਾ, ਹੱਲ ਨਿਕਲ ਆਵੇਗਾ ਕੋਈ ਨਾ ਕੋਈ। ਇਸ ਤਰ੍ਹਾਂ ਦਾ ਜਦੋਂ ਨਿਸ਼ਕਾਮ ਵਿਅਕਤੀ, ਚਿੰਤਕ, ਸਾਹਿਤਕਾਰ, ਸੰਤ ਮਹਾਤਮਾ ਅਤੇ ਜਿਹੜੇ ਸਿੱਖੀ ਦੇ ਪੈਰੋਕਾਰ ਨੇ, ਜਿਹੜੇ ਸੱਚੇ ਸੁੱਚੇ ਨੇ, ਇਸ ਤਰ੍ਹਾਂ ਸਿਰ ਜੋੜ ਕੇ ਬੈਠਣਗੇ ਤਾਂ ਉਹਦੇ ਵਿੱਚ ਜਦੋਂ ਤਿਆਗ ਦੀ ਭਾਵਨਾ ਆਏਗੀ ਤਾਂ ਇਹਦੇ ਵਿੱਚੋਂ ਇੱਕ ਨਵੀਂ ਲੀਡਰਸ਼ਿਪ ਜਿਹੜੀ ਕਿ ਸਿੱਖਾਂ ਦੀ ਅਗਵਾਈ ਕਰ ਸਕੇ ਜਾਂ ਪੰਜਾਬ ਦੀ ਅਗਵਾਈ ਕਰ ਸਕੇਗੀ, ਪੰਥਕ ਧਿਰਾਂ ਦੀ ਅਗਵਾਈ ਕਰ ਸਕੇਗੀ, ਇਸ ਤਰ੍ਹਾਂ ਦੀ ਉੱਭਰ ਸਕਦੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬੜੇ ਗੰਭੀਰ ਮੁੱਦਿਆਂ ਉੱਤੇ ਆਪਣੇ ਵਿਚਾਰ ਪ੍ਰਗਟਾਏ ਨੇ। ਅਜਿਹੇ ਦੇ ਨਾਲ ਹੀ ਅੱਜ ਦੇ ਇਸ ਐਪੀਸੋਡ ਨੂੰ ਆਪਾਂ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਰੱਬ ਰਾਖਾ। ਈ ਮਿਸ਼ਨ ਪੰਜਾਬੀ।